ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪਾਂ ਪਹਿਲੀ ਕਵਿਤਾ ਕੀਤੀ ਗੁਰੂ ਨਾਨਕ ਦੇਵ ਜੀ ਦੀ ਸਿੰਮਲ ਰੁੱਖ ਸਰਾਏਰਾ, ਕਵਿਤਾ ਵੀ ਕਹਿ ਸਕਦੇ ਹਾਂ, ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਜੇ ਕਹੀਏ ਤਾਂ ਜ਼ਿਆਦਾ ਵਧੀਆ ਹੋਏਗਾ। ਤਾਂ ਅੱਜ ਆਪਾਂ ਵੈਸੇ ਤਾਂ ਦੂਸਰੀ ਕਵਿਤਾ ਕਰਨ ਵਾਲੇ ਹਾਂ। ਆਸਾ ਦੀ ਵਾਰ ਵਿੱਚੋਂ ਹੀ ਹੈ। ਦੁੱਖ ਦਾਰੂ ਸੁੱਖ ਰੋਗ ਭਇਆ। ਕਵਿਤਾ ਦਾ ਨਾਮ ਕੀ ਹੈ, ਯਾਨੀ ਕਿ ਅੱਜ ਦੇ ਸ਼ਬਦ ਦਾ ਨਾਮ ਕੀ ਹੈ, ਸਿਰਲੇਖ ਕੀ ਹੈ? ਦੁੱਖ ਦਾਰੂ ਸੁੱਖ ਰੋਗ ਭਇਆ। ਤਾਂ ਇਸ ਨੂੰ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਪਹਿਲਾਂ ਸ਼ਬਦ ਕੀਤੇ ਸਨ, ਉਹਨਾਂ ਦੇ ਵਿੱਚੋਂ ਜਿਹੜੇ ਸਾਨੂੰ ਪ੍ਰਸ਼ਨ ਦਿੱਤੇ ਗਏ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਉਹ ਇੱਕ ਵਾਰ ਅਭਿਆਸ ਦੇ ਪ੍ਰਸ਼ਨਾਂ ਨੂੰ ਕਰੀਏ। ਤਾਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਇੱਥੇ, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ? ਤਾਂ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਹੈ? ਆਸਾ ਦੀ ਵਾਰ। ਤੇ ਇਹਦੇ ਪ੍ਰਸ਼ਨ ਦਾ ਉੱਤਰ ਕੀ ਕਰੋਗੇ ਤੁਸੀਂ? ਆਸਾ ਦੀ ਵਾਰ ਬਾਣੀ ਵਿੱਚੋਂ ਲਿਆ ਗਿਆ ਸ਼ਬਦ ਹੈ। ਅੱਗੇ ਗੱਲ ਕਰਦੇ ਹਾਂ, ਸਿੰਮਲ ਦਾ ਰੁੱਖ ਕਿਹੋ ਜਿਹਾ ਹੁੰਦਾ ਹੈ? ਤਾਂ ਆਪਾਂ ਪਹਿਲਾਂ ਪੰਕਤੀ ਦੇ ਅੰਦਰ ਪੜ੍ਹਿਆ ਸੀ, ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਯਾਨੀ ਕਿ ਸਿੰਮਲ ਰੁੱਖ ਸਰਾਇਰਾ, ਸਰਾਇਰਾ ਦਾ ਅਰਥ ਹੁੰਦਾ ਸਿੱਧਾ। ਤੇ ਇੱਥੇ ਸਾਡੇ ਕੁਐਸਚਨ ਦਾ ਆਨਸਰ ਬਣੇਗਾ ਕਿ ਸਿੰਮਲ ਦਾ ਰੁੱਖ ਜਿਹੜਾ ਹੈ ਬਹੁਤ ਹੀ ਸਿੱਧਾ, ਫਿਰ ਲੰਮਾ ਮੋਟਾ ਹੁੰਦਾ ਹੈ, ਯਾਨੀ ਕਿ ਬਹੁਤ ਹੀ ਜ਼ਿਆਦਾ ਸਿੱਧਾ ਹੁੰਦਾ ਹੈ, ਲੰਮਾ ਹੁੰਦਾ ਹੈ ਅਤੇ ਮੋਟਾ ਵੀ ਹੁੰਦਾ ਹੈ। ਤਾਂ ਐਵੇਂ ਦਾ ਹੁੰਦਾ ਹੈ, ਕੀ ਹੁੰਦਾ ਵੀ? ਸਿੰਮਲ ਦਾ ਰੁੱਖ ਹੁੰਦਾ ਹੈ। ਇਸ ਦੂਸਰੇ ਕੁਐਸਚਨ ਦਾ ਸਾਡਾ ਆਨਸਰ ਬਣੇਗਾ। ਮਨੁੱਖ ਲਈ ਸਭ ਤੋਂ ਚੰਗਾ ਗੁਣ ਕਿਹੜਾ ਹੈ? ਤਾਂ ਕਿਹੜਾ ਗੁਣ ਹੈ? ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਯਾਨੀ ਕਿ ਮਿੱਠਾ ਬੋਲਣਾ ਅਤੇ ਨਿਉ ਕੇ ਰਹਿਣਾ। ਤਾਂ ਕੀ ਹੈ? ਸਾਰੇ ਗੁਣਾਂ ਦਾ ਸਾਰ ਹੈ। ਤੇ ਇਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਮਿੱਠਾ ਬੋਲਣਾ ਤੇ ਨੀਵਾਂ ਹੋ ਕੇ ਰਹਿਣਾ ਕੀ ਹੈ? ਮਨੁੱਖ ਲਈ ਸਭ ਤੋਂ ਚੰਗਾ ਗੁਣ ਹੈ। ਨਿਵ ਕੇ ਰਹਿਣ ਤੋਂ ਕੀ ਭਾਵ ਹੈ? ਨਿਵ ਦਾ ਅਰਥ ਹੁੰਦਾ ਹੈ ਨਿਉਣਾ, ਯਾਨੀ ਕਿ ਨਿਮਾਣਾ ਬਣ ਕੇ ਰਹਿਣਾ, ਯਾਨੀ ਕਿ ਹੰਕਾਰ ਨਾ ਕਰਨਾ। ਤਾਂ ਇਹਦਾ ਅਰਥ ਦੇ ਸਕਦੇ ਹੋ ਕਿ ਹੰਕਾਰ ਨਾ ਕਰਨਾ ਅਤੇ ਨਿਉ ਕੇ ਰਹਿਣਾ ਹੀ ਸਭ ਤੋਂ ਵੱਡਾ ਕੀ ਹੈ? ਨਿਵ ਕੇ ਰਹਿਣ ਦਾ ਭਾਵ ਹੈ ਹੰਕਾਰ ਨਾ ਕਰਨਾ ਅਤੇ ਖੁਦ ਨੂੰ ਦੂਸਰਿਆਂ ਤੋਂ ਨੀਵਾਂ ਸਮਝਣਾ, ਛੋਟਾ ਸਮਝਣਾ। ਸ਼ਿਕਾਰੀ ਕਿਸ ਤਰ੍ਹਾਂ ਸ਼ਿਕਾਰ ਕਰਦਾ ਹੈ? ਸ਼ਿਕਾਰੀ ਬਿਲਕੁਲ ਜ਼ਮੀਨ ਦੇ ਨਾਲ ਲੱਗ ਕੇ, ਯਾਨੀ ਕਿ ਆਪਣੇ ਸਰੀਰ ਨੂੰ ਝੁਕਾ ਕੇ ਜ਼ਮੀਨ ਦੇ ਨਾਲ ਲੱਗ ਜਾਂਦਾ ਹੈ। ਕਿਹਦਾ ਸ਼ਿਕਾਰ ਕਰਨ ਲੱਗਿਆ? ਹਿਰਨ ਦਾ ਜਾਂ ਕਿਸੇ ਵੀ ਜੀਵ ਦਾ ਸ਼ਿਕਾਰ ਕਰਨ ਲੱਗਿਆ ਸ਼ਿਕਾਰੀ ਕੀ ਕਰਦਾ ਹੈ? ਬਿਲਕੁਲ ਹੀ ਝੁਕ ਜਾਂਦਾ ਹੈ, ਬਹੁਤ ਹੀ ਜ਼ਿਆਦਾ ਝੁਕ ਜਾਂਦਾ ਹੈ। ਲੇਕਿਨ ਉਹ ਝੁਕਦਾ ਕਿਵੇਂ ਹੈ? ਆਤਮਿਕ ਤੌਰ 'ਤੇ ਨਹੀਂ ਝੁਕਦਾ, ਉਹ ਕੇਵਲ ਸਰੀਰਕ ਤੌਰ 'ਤੇ ਝੁਕਦਾ ਹੈ, ਆਪਣਾ ਲਾਭ ਪੂਰਾ ਕਰਨ ਵਾਸਤੇ। ਅੱਗੇ ਗੱਲ ਕਰਦੇ ਨੇ, ਹੇਠ ਲਿਖੀਆਂ ਕਾਵਿ ਸਤਰਾਂ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨੀਵੈ ਆਪ ਕੋ ਪਰ ਕੋ ਨਿਵੈ, ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ, ਧਰ ਤਰਾਜੂ ਤੋਲੀਐ ਨੀਵੈ ਸੋ ਗੌਰਾ ਹੋਏ। ਉਪਰੋਕਤ ਕਾਵਿ ਸਤਰਾਂ ਦਾ ਭਾਵ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ ਜੀ। ਤਾਂ ਆਪਣੇ ਸ਼ਬਦਾਂ ਵਿੱਚ ਲਿਖਣਾ ਦਾ ਆਨਸਰ ਕੀ ਕਰਾਂਗੇ ਆਪਾਂ ਕਿ ਮਿੱਠਾ ਬੋਲਣਾ ਅਤੇ ਨਿਉ ਕੇ ਰਹਿਣਾ ਹੀ ਸਭ ਚੰਗਿਆਈਆਂ ਦਾ ਕੀ ਹੈ? ਸਾਰ ਹੈ, ਤੱਤ ਹੈ। ਸਭ ਕੋ ਨਿਵੈ, ਕੀ ਕਹਿੰਦੇ ਨੇ ਕਿ ਸਭ ਕੋ ਨਿਵੈ ਆਪ ਕੋ, ਸਭ ਕੋ ਨਿਵੈ ਆਪ ਕੋ, ਕਿ ਆਪਣੇ ਲਈ ਤਾਂ ਸਾਰੇ ਹੀ ਦੂਸਰਿਆਂ ਦੇ ਅੱਗੇ ਝੁਕਦੇ ਹਨ, ਲੇਕਿਨ ਦੂਸਰੇ ਦੇ ਲਈ ਕੋਈ ਵੀ ਨਹੀਂ ਝੁਕਦਾ। ਜਿਸ ਪ੍ਰਕਾਰ ਤਰਾਜੂ ਦੇ ਵਿੱਚ ਰੱਖੀ ਹੋਈ ਚੀਜ਼ ਜਿਹੜੀ ਭਾਰੀ ਹੁੰਦੀ ਹੈ, ਉਸੇ ਪਲੜੇ ਨੂੰ ਉਹੀ ਪਲੜਾ ਕੀ ਕਰਦਾ ਹੈ? ਝੁਕ ਜਾਂਦਾ ਹੈ। ਇਸੇ ਪ੍ਰਕਾਰ ਕੀ ਕਹਿੰਦੇ ਨੇ ਕਿ ਜਿਹੜਾ ਹੰਕਾਰੀ ਮਨੁੱਖ ਹੈ ਉਹ ਹਮੇਸ਼ਾ ਕੀ ਹੁੰਦਾ ਹੈ? ਉੱਚਾ ਹੋਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਜਿਹੜਾ ਗੌਰਾ ਹੋ ਜਾਂਦਾ ਹੈ, ਜਿਹੜਾ ਝੁਕ ਜਾਂਦਾ ਹੈ, ਭਾਰਾ ਹੁੰਦਾ ਹੈ, ਉਹ ਕੀ ਹੁੰਦਾ ਹੈ? ਝੁਕ ਕੇ ਰਹਿੰਦਾ ਹੈ। ਯਾਨੀ ਕਿ ਗੁਣਾਂ ਦਾ ਜਿਹਦੇ ਅੰਦਰ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਉਹ ਝੁਕ ਕੇ ਰਹਿੰਦਾ ਹੈ। ਅੱਗੇ ਗੱਲ ਕਰਦੇ ਨੇ, ਨਿਵ ਕੇ ਰਹਿਣ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਹੈ? ਕੀ ਕਿਹਾ ਹੈ? ਧਰ ਤਰਾਜੂ ਤੋਲੀਏ ਨੀਵੇਂ ਸੋ ਗੌਰਾ ਹੋਏ, ਕਿ ਜਿਹੜੇ ਵਿੱਚ ਜ਼ਿਆਦਾ ਗੁਣ ਹੋਣਗੇ ਉਹ ਹਮੇਸ਼ਾ
ਝੁਕ ਕੇ ਰਹਿੰਦਾ ਹੈ। ਉਪਰੋਕਤ ਸ਼ਬਦ ਕਿਹੜੀ ਬਾਣੀ ਵਿੱਚੋਂ ਹਨ? ਤੇ ਉਪਰੋਕਤ ਸ਼ਬਦ ਕਿਹੜੀ ਬਾਣੀ ਵਿੱਚੋਂ ਹਨ? ਆਸਾ ਦੀ ਵਾਰ ਵਿੱਚੋਂ ਹਨ, ਜਿਵੇਂ ਆਪਾਂ ਉੱਪਰ ਵੀ ਕੁਐਸਚਨ ਦਾ ਆਨਸਰ ਕੀਤਾ ਸੀ। ਅੱਗੇ ਗੱਲ ਕਰਦੇ ਨੇ ਕਾਵ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ। ਆਪਾਂ ਪ੍ਰਸੰਗ ਸਹਿਤ ਵਿਆਖਿਆ ਇਹਦੀ ਪਹਿਲਾਂ ਕਰ ਚੁੱਕੇ ਹਾਂ, ਤੁਸੀਂ ਉਸ ਦੇ ਵਿੱਚੋਂ ਵੇਖ ਕੇ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਆਪਾਂ ਅਗਲੇ ਸ਼ਬਦ ਦੀ, ਦੁੱਖ ਦਾਰੂ ਸੁਖ ਰੋਗ ਪਿਆ। ਤਾਂ ਇਹਦਾ ਪਹਿਲਾਂ ਪ੍ਰਸੰਗ ਬਣਾਉਣਾ ਹੈ ਜੀ ਤੁਸੀਂ। ਇਹ ਕਾਵ ਟੋਟਾ ਸਾਡੇ ਪੰਜਾਬੀ ਦੀ ਪੁਸਤਕ ਵਿੱਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ, ਜਿਸ ਦਾ ਸਿਰਲੇਖ ਦੁੱਖ ਦਾਰੂ ਸੁਖ ਰੋਗ ਪਿਆ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੁੱਖ ਅਤੇ ਸੁਖ ਦੋਵਾਂ ਦੇ ਆਤਮਿਕ ਤੌਰ ਤੇ ਮਤਲਬ ਕਿ ਇਸ ਦੇ ਅਰਥ ਨੂੰ ਦਰਸਾਇਆ ਹੈ। ਤੇ ਕੀ ਕਹਿੰਦੇ ਨੇ ਕਿ ਦੁੱਖ ਦਾਰੂ ਸੁਖ ਰੋਗ ਪਿਆ, ਕਿ ਦੁੱਖ, ਆਪਾਂ ਤਾਂ ਵੈਸੇ ਦੁੱਖ ਨੂੰ ਬਹੁਤ ਬੁਰਾ ਸਮਝਦੇ ਹਾਂ, ਲੇਕਿਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹੇ ਪਰਮੇਸ਼ਵਰ, ਜਦੋਂ ਮੈਨੂੰ ਦੁੱਖ ਆਉਂਦਾ ਹੈ, ਸੁਖ ਰੋਗ ਪਿਆ, ਕਿ ਜਿਹੜਾ ਦੁੱਖ ਹੈ ਉਹ ਇੱਕ ਦਵਾ ਦੀ ਤਰ੍ਹਾਂ, ਦਾਰੂ ਦੀ ਤਰ੍ਹਾਂ ਕੰਮ ਕਰਦਾ ਹੈ, ਲੇਕਿਨ ਜਿਹੜਾ ਦੁੱਖ ਹੈ, ਸੁੱਖ ਹੈ, ਰੋਗ ਪਿਆ, ਉਹ ਇੱਕ ਰੋਗ ਦੀ ਸਮਾਨ ਹੋ ਜਾਂਦਾ ਹੈ ਮੇਰੇ ਲਈ। ਕਾਰਨ ਕੀ ਹੈ ਕਿ ਇਹ ਪਰਮੇਸ਼ਵਰ, ਜਦੋਂ ਸੁੱਖ ਹੋ ਜਾਂਦਾ ਹੈ ਉਦੋਂ ਮੈਂ ਤੈਨੂੰ ਭੁੱਲ ਜਾਂਦਾ ਹਾਂ। ਇਸੇ ਪ੍ਰਕਾਰ ਮਨੁੱਖ ਜਿਹੜਾ ਹੈ ਦੁੱਖ ਦੇ ਅੰਦਰ ਹੀ ਉਸ ਪਰਮੇਸ਼ਵਰ ਨੂੰ ਯਾਦ ਰੱਖਦਾ ਹੈ। ਜਾ ਸੁਖ ਤਾਮ ਨਾ ਹੋਈ, ਕਿ ਇਹ ਪਰਮੇਸ਼ਵਰ, ਜਦੋਂ ਸੁੱਖ ਆ ਜਾਂਦਾ ਹੈ ਉਦੋਂ ਤੇਰਾ ਜਿਹੜਾ ਚੇਤਾ ਹੈ ਉਹ ਭੁੱਲ ਜਾਂਦਾ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਕਿ ਦੁੱਖ ਜਿਹੜਾ ਹੈ ਉਹ ਇੱਕ ਦਾਰੂ ਦੀ ਤਰ੍ਹਾਂ ਹੈ, ਅਤੇ ਜਿਹੜਾ ਸੁੱਖ ਹੈ ਉਹ ਇੱਕ ਰੋਗ ਦੀ ਤਰ੍ਹਾਂ ਹੈ। ਤੂੰ ਕਰਤਾ ਕਰਣਾ ਮੈਂ ਨਾਹੀ, ਹਉ ਕਰੀ ਨਾ ਹੋਈ, ਕਿ ਤੂੰ ਕਰਤਾ, ਹੇ ਪਰਮੇਸ਼ਵਰ, ਜੋ ਵੀ ਕਰ ਰਿਹਾ ਹੈ ਉਹ ਤੂੰ ਹੀ ਕਰਦਾ ਹੈ। ਕਰਨਾ ਮੈਂ ਨਾਹੀ, ਤੂੰ ਕਰਤਾ, ਕਿ ਹੇ ਪਰਮੇਸ਼ਵਰ, ਇਸ ਸੰਸਾਰ ਦੇ ਉੱਤੇ ਜਿੰਨੇ ਵੀ ਕਾਰਜ ਹੋ ਰਹੇ ਨੇ ਉਹ ਤੂੰ ਹੀ ਕਰਨਹਾਰ ਹੈ, ਤੂੰ ਆਪ ਹੀ ਕਰਦਾ ਹੈ। ਕਰਨਾ ਮੈਂ ਨਾਹੀ, ਕਿ ਮੈਂ ਇਸ ਵਿੱਚ ਕੁਝ ਵੀ ਕਰਨ ਜੋਗਾ ਨਹੀਂ ਹਾਂ, ਭਾਵ ਕਿ ਮੇਰੇ ਵੱਸ ਦੀ ਕਿਤੇ ਵੀ ਗੱਲ ਨਹੀਂ। ਜਾਹੋ ਕਰੀ ਨਾ ਹੋਈ, ਤੇ ਜੇ ਮੈਂ ਕਰਨ ਦੀ ਵੀ ਕੋਸ਼ਿਸ਼ ਕਰਾਂ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ, ਭਾਵ ਕਿ ਜੇ ਮੈਂ ਆਪਣੇ ਆਪ ਨੂੰ ਕੁਝ ਸਮਝਾਂ ਤਾਂ ਮੈਂ ਕੁਝ ਵੀ ਨਹੀਂ ਹਾਂ। ਬਲਹਾਰੀ ਕੁਦਰਤ ਵਸਿਆ, ਕਿ ਹੇ ਪਰਮੇਸ਼ਵਰ, ਮੈਂ ਤੇਥੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਤੂੰ ਇਸ ਸਾਰੀ ਕੁਦਰਤ ਦੇ ਅੰਦਰ, ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਵਾਸ ਕਰਦਾ ਹੈ। ਇਸੇ ਲਈ ਮੈਂ ਤੇਰੇ ਤੋਂ ਕੁਰਬਾਨ ਚਾਹੁੰਦਾ ਹਾਂ। ਬਲਿਹਾਰੀ ਦਾ ਸ਼ਬਦ ਦਾ ਅਰਥ ਕੀ ਹੈ? ਕੁਰਬਾਨ ਜਾਣਾ। ਤਾਂ ਇਸ ਤੋਂ ਬਾਅਦ ਕੀ ਗੱਲ ਕਰਦੇ ਨੇ, ਤੇਰਾ ਅੰਤ ਨਾ ਜਾਈ ਲਖਿਆ, ਕਿ ਹੇ ਪਰਮੇਸ਼ਵਰ, ਤੂੰ ਸਾਰੇ ਸੰਸਾਰ ਦੇ ਅੰਦਰ, ਹਰ ਇੱਕ ਕਣ ਕਣ ਦੇ ਅੰਦਰ ਵਿਦਮਾਨ ਹੈ, ਤੇ ਤੇਰਾ ਅੰਤ ਨਾ ਜਾਈ ਲਖਿਆ, ਕਿ ਹੇ ਪਰਮੇਸ਼ਵਰ, ਕੋਈ ਵੀ ਅੱਜ ਤੱਕ ਤੇਰਾ ਅੰਤ ਨਹੀਂ ਪਾ ਸਕਿਆ। ਰਹਾਓ, ਭਾਵ ਕਿ ਵਿਸ਼ਰਾਮ ਦਿੰਦੇ ਹੋਏ ਗੁਰੂ ਜੀ ਕਹਿ ਰਹੇ ਨੇ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਿ ਜਾਤ, ਕਿ ਜਿਹੜੇ ਵੀ ਜੀਵ ਨੇ, ਜੀਵਾਂ ਦੇ ਅੰਦਰ ਤੇਰੀ ਹੀ ਜੋਤ ਹੈ, ਤੇ ਤੇਰੀ ਹੀ ਜੋਤ ਸਾਰੇ ਜੀਵਾਂ ਦੇ ਅੰਦਰ ਸਮਾਈ ਹੋਈ ਹੈ। ਕਿਵੇਂ ਕਹਿੰਦੇ ਨੇ? ਜਾਤ ਮਹਿ ਜੋਤ, ਕਿ ਸਾਰੇ ਜਾਤਾਂ ਦੇ ਅੰਦਰ, ਭਾਵ ਕਿ ਸੰਸਾਰਕ ਜੀਵਾਂ ਦੇ ਅੰਦਰ ਤੇਰੀ ਹੀ ਜੋਤ ਹੈ। ਜੋਤ ਮਹਿ ਜਾਤਾ, ਕਿ ਤੇਰੀ ਜੋਤ ਸਾਰੇ ਜੀਵਾਂ ਦੇ ਅੰਦਰ ਵਿਦਮਾਨ ਹੈ। ਅਕਲ ਕਲਾ ਭਰਪੂਰਿਆ, ਕਿ ਹੇ ਪਰਮੇਸ਼ਵਰ, ਤੂੰ ਸੰਪੂਰਨ ਹੈ। ਅਕਲ ਕਲਾ ਭਰਪੂਰਿਆ, ਤੇ ਤੂੰ ਕੀ ਹੈ? ਸੰਪੂਰਨ ਹੈ, ਸਾਰੇ ਕਲਾਂ ਵਿੱਚ ਭਰਪੂਰ ਹੈ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਤੇ ਕੀ ਕਹਿੰਦੇ ਨੇ ਕਿ ਹੈ ਪਰਮੇਸ਼ਵਰ, ਤੂੰ ਹਰ ਇੱਕ ਜੀਵ ਦੇ ਅੰਦਰ ਵਾਸ ਕਰਨ ਵਾਲਾ ਹੈ, ਤੇ ਹੇ ਅਕਾਲ ਪੁਰਖ, ਤੂੰ ਕੀ ਹੈ? ਸਰਬ ਕਲਾ ਭਰਪੂਰ ਹੈ, ਤੇ ਕੋਈ ਵੀ ਤੇਰਾ ਅੰਤ ਨਹੀਂ ਪਾ ਸਕਦਾ, ਅਤੇ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਸਮਾਇਆ ਹੋਇਆ ਹੈ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਤੂੰ ਸੱਚਾ ਸਾਹਿਬ, ਕਿ ਹੇ ਪਰਮੇਸ਼ਵਰ, ਤੂੰ ਕੀ ਹੈ? ਸੱਚਾ ਗੁਰੂ ਹੈ। ਸਿਫਤ ਸਵਾਲਿਓ, ਤੇ ਤੇਰੀ ਸੁੰਦਰਤਾ ਦੀ ਸਿਫਤ ਬਣਦੀ ਹੈ, ਭਾਵ ਕਿ ਇਹ ਜੀਵ ਤੇਰੀ ਸੁੰਦਰਤਾ ਦੀ
ਸਿਫਤ ਕਰਦੇ ਹਨ, ਉਸਤਤ ਕਰਦੇ ਹਨ। ਜਿਨ ਕੀਤੀ ਸੋ ਪਾਰ ਪਿਆ, ਅਤੇ ਜਿਸ ਵੀ ਜੀਵ ਨੇ ਤੇਰੀ ਸਿਫਤ ਕੀਤੀ ਹੈ ਉਹੀ ਇਸ ਸੰਸਾਰ ਤੋਂ ਪਾਰ ਹੋ ਗਿਆ ਹੈ। ਤੇ ਉਹੀ ਜੀਵ ਕੀ ਹੋ ਗਿਆ? ਇਸ ਸੰਸਾਰ ਤੋਂ ਜਿਨ ਕੀਤੀ ਸੋ ਪਾਰ ਪਿਆ, ਭਾਵ ਕਿ ਉਹੀ ਤੇਰੇ ਚਰਨਾਂ ਦੇ ਨਾਲ ਜੁੜ ਕੇ ਸੰਸਾਰ ਰੂਪੀ ਸਾਗਰ ਤੋਂ ਪਾਰ ਹੋ ਗਿਆ ਹੈ। ਕਹਿ ਨਾਨਕ ਕਰਤੇ ਕੀਆ ਬਾਤਾਂ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਕਹਿ ਨਾਨਕ ਕਰਤੇ ਕੀਆ ਬਾਤਾਂ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਕਰਤੇ ਦੀਆਂ, ਭਾਵ ਕਿ ਉਸ ਪਰਮੇਸ਼ਵਰ ਦੀਆਂ ਕੀ ਗੱਲਾਂ ਕਰੀਏ, ਜੋ ਕੁਛ ਕਰਨਾ ਸੋ ਕਰ ਰਿਹਾ। ਤੇ ਜੋ ਵੀ ਉਸ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੈ। ਤਾਂ ਅੱਜ ਆਪਾਂ ਪੜ੍ਹਿਆ ਦੁੱਖ ਦਾਰੂ ਸੁੱਖ ਰੋਗ ਪਿਆ, ਜਿਸ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਕਿ ਜਿਹੜਾ ਦੁੱਖ ਹੈ ਇੱਕ ਦਾਰੂ ਦੀ ਤਰ੍ਹਾਂ ਕੰਮ ਕਰਦਾ ਹੈ, ਕਿਉਂਕਿ ਇਸ ਵਿੱਚ ਜੀਵ ਜਿਹੜਾ ਹੈ ਔਰ ਪਰਮੇਸ਼ਵਰ ਨੂੰ ਯਾਦ ਕਰ ਲੈਂਦਾ ਹੈ। ਲੇਕਿਨ ਸੁੱਖ ਜਿਹੜਾ ਹੈ ਉਹ ਇੱਕ ਰੋਗ ਦੀ ਤਰ੍ਹਾਂ ਹੈ, ਜਿਹਦੇ ਵਿੱਚ ਅਸੀਂ ਉਸ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੁੱਖ ਨੂੰ ਇੱਕ ਰੋਗ ਦੱਸਿਆ ਹੈ। ਤੇ ਫਿਰ ਕੀ ਗੱਲ ਕਰਦੇ ਹਨ? ਤੂੰ ਕਰਤਾ ਕਰਨਾ ਮੈਂ ਨਾਹੀਂ, ਕਿ ਉਹ ਕਰਤਾ ਹੈ, ਉਹ ਕਰਤਾਰ ਜਿਹੜਾ ਹੈ, ਉਹ ਪਰਮੇਸ਼ਵਰ ਜਿਹੜਾ ਹੈ, ਉਹ ਸਾਰਾ ਕੁਝ ਕਰਨ ਵਾਲਾ ਹੈ। ਕਰਨਾ ਮੈਂ ਨਾਹੀਂ, ਤੇ ਹੇ ਪਰਮੇਸ਼ਵਰ ਇਹ ਮਨੁੱਖ, ਭਾਵ ਕਿ ਇਹ ਜੀਵ ਇਸ ਸੰਸਾਰ ਦੇ ਉੱਤੇ ਕੁਝ ਵੀ ਕਰਨ ਵਾਲਾ ਨਹੀਂ ਹੈ। ਜਾ ਹੋ ਕਰੀ ਨਾ ਹੋਈ, ਤੇ ਜੇ ਉਹ ਕੁਝ ਕਰਨਾ ਵੀ ਚਾਹੁੰਦਾ ਹੈ, ਭਾਵ ਕਿ ਆਪਣੇ ਆਪ ਨੂੰ ਸਮਝਣਾ ਵੀ ਚਾਹੁੰਦਾ ਹੈ, ਤਾਂ ਉਹ ਕੁਝ ਵੀ ਨਹੀਂ ਹੈ। ਬਲਹਾਰੀ ਕੁਦਰਤ ਵਸਿਆ, ਤੇ ਹੇ ਪਰਮੇਸ਼ਵਰ ਮੈਂ ਤੇਰੇ ਉੱਤੋਂ ਕੁਰਬਾਨ ਜਾਂਦਾ ਹਾਂ, ਤੇਰੇ ਇਸ ਕੁਦਰਤ ਤੋਂ ਕੁਰਬਾਨ ਜਾਂਦਾ ਹਾਂ ਜਿਹਦੇ ਕਣ ਕਣ ਦੇ ਅੰਦਰ ਤੂੰ ਸਮਾਇਆ ਹੋਇਆ ਹੈ। ਤੇਰਾ ਅੰਤ ਨਾ ਜਾਏ ਲਿਖਿਆ, ਤੇ ਹੇ ਪਰਮੇਸ਼ਵਰ ਅੱਜ ਤੱਕ ਕੋਈ ਵੀ ਤੇਰਾ ਅੰਤ ਜਿਹੜਾ ਹੈ ਉਹ ਨਹੀਂ ਪਾ ਸਕਿਆ। ਜਾਤ ਮੈਂ ਜੋਤ ਜੋਤ ਮੈਂ ਜਾਤਾ, ਤੇ ਕੀ ਕਹਿੰਦੇ ਨੇ ਕਿ ਹੇ ਪਰਮੇਸ਼ਵਰ ਤੂੰ ਇਸ ਸੰਸਾਰ ਦੇ ਉੱਤੇ ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ, ਭਾਵ ਕਿ ਸੰਸਾਰ ਦੇ ਸਾਰੇ ਜੀਵਾਂ ਦੇ ਅੰਦਰ ਤੇਰੀ ਜੋਤ ਹੈ, ਤੇ ਤੇਰੀ ਜੋਤ ਹੀ ਸਾਰੇ ਜੀਵਾਂ ਦੇ ਅੰਦਰ ਹੈ। ਅਕਲ ਕਲਾ ਭਰਪੂਰ ਆ, ਤੇ ਕੀ ਕਹਿੰਦਾ ਹੈ ਕਿ ਹੇ ਪਰਮੇਸ਼ਵਰ ਤੂੰ ਸੰਪੂਰਨ ਕਲਾ ਦਾ ਜਾਣੂ ਹੈ, ਭਾਵ ਕਿ ਸਾਰੀਆਂ ਕਲਾਵਾਂ ਤੇਰੇ ਅੰਦਰ ਭਰਪੂਰ ਹਨ, ਸੰਪੂਰਨ ਕਲਾਵਾਂ ਦਾ ਮਾਲਕ ਹੈ ਤੂੰ। ਤੂੰ ਸੱਚਾ ਸਾਹਿਬ, ਤੇ ਤੂੰ ਹੀ ਸੱਚਾ ਪਰਮੇਸ਼ਵਰ ਹੈ। ਸਿਫਤ ਸਵਾਲਿਓ, ਤੇ ਤੇਰੀ ਸੁੰਦਰਤਾ ਦੀ ਸਿਫਤ ਕਰਨਾ। ਜਿਨ ਕੀਤੀ ਸੋ ਪਾਰ ਪਿਆ, ਤੇ ਜਿਨ੍ਹਾਂ ਤੇਰੀ ਸੁੰਦਰਤਾ ਦੀ, ਭਾਵ ਤੇਰੇ ਨਾਮ ਦੀ ਜਿਨ੍ਹਾਂ ਸਿਫਤ ਕੀਤੀ ਹੈ, ਉਸਤਤ ਕੀਤੀ ਹੈ, ਉਹ ਸੰਸਾਰ ਦੇ ਭਵ ਸਾਗਰ ਤੋਂ ਪਾਰ ਹੋ ਗਏ ਹਨ। ਕਹਿ ਨਾਨਕ ਕਰਤੇ ਕੀਆ ਬਾਤਾਂ, ਕਿ ਹੇ ਪਰਮੇਸ਼ਵਰ ਇਸ ਤੇਰੀਆਂ ਗੱਲਾਂ ਕੀ ਕਹੀਏ, ਜੋ ਕੁਛ ਕਰਨਾ ਸੋ ਕਰ ਰਿਹਾ, ਕਿ ਜੋ ਵੀ ਇਸ ਸੰਸਾਰ ਦੇ ਉੱਤੇ ਤੈਨੂੰ ਚੰਗਾ ਲੱਗਦਾ ਹੈ ਤੂੰ ਉਹੀ ਕਰਦਾ ਹੈ। ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ, ਆਸਾ ਦੀ ਵਾਰ ਵਿੱਚੋਂ ਹੈ। ਅੱਗੇ ਗੱਲ ਕਰਦੇ ਹਾਂ ਦੱਸੋ ਖਾ ਭਲਾ, ਭਾਵ ਕਿ ਅਭਿਆਸ ਦੇ ਪ੍ਰਸ਼ਨ। ਅਸਲੀ ਆਤਮਿਕ ਸੁੱਖ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? ਤੇ ਕੀ ਕਹਿੰਦੇ ਨੇ ਕਿ ਅਸਲੀ ਆਤਮਿਕ ਸੁੱਖ ਦੀ ਪ੍ਰਾਪਤੀ ਪਰਮੇਸ਼ਵਰ ਦੇ ਨਾਮ ਨਾਲ ਹੀ ਹੋ ਸਕਦੀ ਹੈ। ਪਰਮਾਤਮਾ ਕਿਹੜੀ ਥਾਂ ਵਿਆਪਕ ਹੈ? ਇੱਥੇ ਗੱਲ ਕੀਤੀ ਸੀ ਆਪਾਂ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਿਖਿਆ, ਕਿ ਉਹ ਪਰਮੇਸ਼ਵਰ ਜਿਹੜਾ ਕੁਦਰਤ ਦੇ, ਭਾਵ ਕਿ ਪੂਰੇ ਸੰਸਾਰ ਦੇ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਿਦਮਾਨ ਹੈ। ਰਹਾਉ ਸ਼ਬਦ ਦਾ ਗੁਰਬਾਣੀ ਵਿੱਚ ਕੀ ਅਰਥ ਹੈ? ਰਹਾਉ ਦਾ ਸ਼ਬਦ ਦਾ ਅਰਥ ਹੈ ਠਹਿਰਾਵ, ਯਾਨੀ ਕਿ ਰੁਕ ਕੇ ਗੱਲ ਕਰਨੀ। ਰਹਾਉ ਸ਼ਬਦ ਦਾ ਅਰਥ ਹੈ ਠਹਿਰਾਵ। ਤੇ ਧਿਆਨ ਰੱਖਣਾ। ਇਸ ਤੋਂ ਬਾਅਦ ਗੱਲ ਕਰਦੇ ਨੇ ਸੰਸਾਰ ਭਵ ਸਾਗਰ ਤੋਂ ਕਿਸ ਤਰ੍ਹਾਂ ਤਰਿਆ ਜਾ ਸਕਦਾ ਹੈ, ਤੇ ਕਿਵੇਂ ਤਰਿਆ ਜਾ ਸਕਦਾ ਹੈ। ਆਪਾਂ ਇੱਥੇ ਗੱਲ ਕੀਤੀ ਸੀ ਤੂੰ ਸੱਚਾ ਸਾਹਿਬ, ਕਿ ਜਿਹੜਾ ਉਹ ਸੱਚੇ ਪਰਮੇਸ਼ਵਰ ਦੀ ਸਿਫਤ ਸਵਾਲੋ, ਕਿ ਉਹਦੀ ਸੁੰਦਰਤਾ ਦੀ ਸਿਫਤ ਕਰਦਾ ਹੈ, ਭਾਵ ਕਿ ਉਹਦੇ ਨਾਮ ਦੀ ਸਿਫਤ ਕਰਦਾ ਹੈ। ਜਿਨ ਕੀਤੀ ਸੋ ਪਾਰ ਪਿਆ, ਤੇ ਜਿਨ੍ਹਾਂ ਨੇ ਉਸ ਦੇ ਸਿਫਤ ਸਲਾਹ ਕੀਤੀ ਹੈ, ਭਾਵ ਕਿ ਉਹਦਾ ਨਾਮ ਸਿਮਰਨ ਕੀਤਾ ਹੈ, ਉਹਦੀ ਉਸਤਤ ਕੀਤੀ ਹੈ ਉਸ ਪਰਮੇਸ਼ਵਰ ਦੀ, ਉਹ ਇਸ ਸੰਸਾਰ ਭਵ ਸਾਗਰ ਤੋਂ ਪਾਰ ਹੋ ਗਿਆ ਹੈ। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ? ਤੇ ਕਿਹੜੀ ਬਾਣੀ ਹੈ? ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ। ਸਾਰੀ ਸ੍ਰਿਸ਼ਟੀ ਵਿੱਚ ਕਿਸ ਦਾ ਨੂਰ ਵਸ ਰਿਹਾ ਹੈ? ਤੇ ਕਿਸ ਦਾ ਨੂਰ ਹੈ? ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਆ। ਤੇ ਕੀ ਕਹਿੰਦੇ ਨੇ ਕਿ ਜਾਤ ਮੈਂ ਜੋਤ ਜੋਤ ਮੈਂ ਜਾਤਾ, ਕਿ ਸਾਰੀ ਸ੍ਰਿਸ਼ਟੀ ਦੇ ਕਣ ਕਣ ਦੇ ਅੰਦਰ ਉਸ ਪਰਮੇਸ਼ਵਰ ਦਾ ਹੀ ਨੂਰ ਵਸ ਰਿਹਾ ਹੈ। ਮਨੁੱਖੀ ਜੀਵਨ ਦਾ ਕੀ ਮਨੋਰਥ ਹੈ?
ਕੀ ਮਨੋਰਥ ਹੈ? ਕਹਿ ਨਾਨਕ ਕਰਤੇ ਕੀਆ ਬਾਤਾ, ਜੋ ਕੁਛ ਕਰਨਾ ਸੋ ਕਰ ਰਿਹਾ। ਤੇ ਇੱਥੇ ਮਨੋਰਥ ਇਹੀ ਹੈ ਕਿ ਉਸ ਪਰਮੇਸ਼ਵਰ ਦਾ ਨਾਮ ਸਿਮਰਨ ਕੀਤਾ ਜਾਵੇ ਅਤੇ ਨਾਮ ਸਿਮਰਨ ਕਰਕੇ ਭਾਵ ਕਿ ਤੂੰ ਸੱਚਾ ਸਾਬ ਸੇ ਸਵਾਲਿਓ ਦਿਨ ਕੀਤੀ ਸੋ ਪਾਰ ਪਿਆ, ਕਿ ਉਸ ਪਰਮੇਸ਼ਵਰ ਦੀਆਂ ਉਸ ਕਰਤੇ ਦੀ ਸਿਫਤ ਕਰਨਾ ਅਤੇ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਣਾ ਹੀ ਮਨੁੱਖ ਦਾ ਅਸਲੀ ਮਨੋਰਥ ਹੈ। ਤਾਂ ਅੱਗੇ ਗੱਲ ਕਰਦੇ ਹਾਂ, ਦੁੱਖ ਦਾਰੂ ਸੁੱਖ ਰੋਗ ਪਿਆ ਦੇ ਪ੍ਰਸ਼ਨ ਉੱਤਰ ਕਰਨੇ ਹਨ। ਤੂੰ ਕਰਤਾ ਕਰਣਾ ਮੈਂ ਨਾਹੀਂ, ਜਾਹੋ ਕਰੀ ਨਾ ਹੋਈ। ਤਾਂ ਅੱਗੇ ਵੀ ਆਪਾਂ ਇਹਦਾ ਪ੍ਰਸੰਗ ਤੇ ਵਿਆਖਿਆ ਕਰ ਚੁੱਕੇ ਹਾਂ। ਉਪਰੋਕਤ ਸਤਰਾਂ ਦੇ ਕਵੀ ਦਾ ਨਾਂ ਦੱਸੋ ਜੀ। ਕੌਣ ਨੇ? ਗੁਰੂ ਨਾਨਕ ਦੇਵ ਜੀ ਨੇ। ਇਹ ਸਤਰਾਂ ਕਿਹੜੀ ਬਾਣੀ ਵਿੱਚ ਸ਼ਾਮਿਲ ਹਨ? ਤਾਂ ਆਸਾ ਦੀ ਵਾਰ ਵਿੱਚ ਹਨ। ਇਹਨਾਂ ਕਾਵ ਸਤਰਾਂ ਦਾ ਕੇਂਦਰੀ ਭਾਵ ਦੱਸੋ। ਤੇ ਇੱਥੇ ਕੀ ਕੇਂਦਰੀ ਭਾਵ ਬਣਨਾ ਹੈ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖਾਂ ਨੂੰ ਦੁੱਖ ਆਉਂਦਾ ਹੈ ਤਾਂ ਉਹ ਇੱਕ ਦਾਰੂ ਦੀ ਤਰ੍ਹਾਂ ਮਨੁੱਖ ਦੇ ਕੋਲ ਕੰਮ ਕਰਦਾ ਹੈ। ਕਿਵੇਂ? ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਜਿਹੜੇ ਦੁੱਖ ਹਨ ਉਹ ਮਨੁੱਖ ਦੇ ਜੀਵਨ ਦੇ ਅੰਦਰ ਇੱਕ ਦਾਰੂ ਦੀ ਤਰ੍ਹਾਂ ਕੰਮ ਕਰਦੇ ਹਨ, ਦਵਾ ਦੀ ਤਰ੍ਹਾਂ ਕੰਮ ਕਰਦੇ ਹਨ, ਕਿਉਂਕਿ ਉਸ ਦੇ ਅੰਦਰ ਕੀ ਹੁੰਦਾ ਹੈ? ਪਰਮੇਸ਼ਵਰ ਦਾ ਨਾਮ ਸਿਮਰਨ ਹੋ ਜਾਂਦਾ ਹੈ। ਸੁੱਖ ਰੋਗ ਪਿਆ, ਤੇ ਸੁੱਖ ਜਿਹੜੇ ਨੇ ਉਹ ਇੱਕ ਰੋਗ ਦੀ ਤਰ੍ਹਾਂ ਨੇ ਜਿਹਦੇ ਵਿੱਚ ਮਨੁੱਖ ਆਪਣੇ ਕਾਮ ਵਾਸਨਾ ਦੇ ਅੰਦਰ ਯਾਨੀ ਕਿ ਸੁੱਖਾਂ ਨੂੰ ਮਾਨਣ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਅਤੇ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਭੁੱਲ ਜਾਂਦਾ ਹੈ। ਇਸੇ ਕਰਕੇ ਕੀ ਕਹਿੰਦੇ ਹਨ ਕਿ ਤੂੰ ਕਰਦਾ ਕਰਨਾ ਮੈਂ ਨਾਹੀਂ, ਕਿ ਇਹ ਪਰਮੇਸ਼ਵਰ ਜੋ ਵੀ ਕਰਦਾ ਹੈ ਉਹ ਤੂੰ ਹੀ ਕਰਦਾ ਹੈ। ਇਸ ਵਿੱਚ ਮਨੁੱਖ ਜਿਹੜਾ ਹੈ ਉਹ ਕੁਝ ਵੀ ਨਹੀਂ ਕਰ ਸਕਦਾ। ਅੱਗੇ ਆ ਹੇਠ ਦਿੱਤੇ ਪਹਿਰੇ ਦੇ ਪ੍ਰਸੰਗ ਸਹਿਤ ਵਿਆਖਿਆ ਕਰੋ। ਵਿਆਖਿਆ ਆਪਾਂ ਉੱਪਰ ਕਰ ਚੁੱਕੇ ਹਾਂ, ਤੁਸੀਂ ਕਰ ਲੈਣਾ। ਤੇ ਇਹ ਕੁਝ ਕੁਐਸਚਨ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਇਹਨਾਂ ਦੇ ਆਨਸਰ ਕਰਨੇ ਹਨ। ਜਿਵੇਂ ਆਪਾਂ ਉੱਤੇ ਦੋਵੇਂ ਕਵਿਤਾਵਾਂ ਕੀਤੀਆਂ ਹਨ, ਦੋਵੇਂ ਪਹਿਰੇ ਕੀਤੇ ਹਨ, ਉਹਨਾਂ ਦੇ ਅੰਦਰੋਂ ਹੀ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਜਿਵੇਂ ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਉੱਪਰ ਇੱਕ ਲੇਖ ਲਿਖਣਾ ਹੈ ਕਿ ਕਿਵੇਂ ਦੁੱਖ ਦੇ ਵਿੱਚ ਜਿਹੜਾ ਪਰਮੇਸ਼ਵਰ ਦਾ ਨਾਮ ਇੱਕ ਦਾਰੂ ਦਾ ਕੰਮ ਕਰਦਾ ਅਤੇ ਸੁੱਖ ਦੇ ਵਿੱਚ ਉਹ ਇੱਕ ਰੋਗ ਦੀ ਤਰ੍ਹਾਂ ਕੰਮ ਕਰਦਾ, ਅਤੇ ਇਸ ਦੇ ਉੱਤੇ ਲੇਖ ਲਿਖਣਾ ਹੈ ਤੁਸੀਂ। ਤਾਂ ਇੱਥੇ ਹੈ ਸਿਰ ਨਿਵਾਉਣ ਨਾਲ ਮਨ ਦਾ ਖੋਟ ਦੂਰ ਹੋ ਜਾਂਦਾ ਹੈ। ਬਿਲਕੁਲ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿ ਜੇ ਮਨ ਦੇ ਅੰਦਰ ਖੋਟ ਹੈ ਤੇ ਉਹ ਸਿਰ ਨਿਵਾਉਣ ਨਹੀਂ ਬਲਕਿ ਨਾਲ ਦੀ ਨਾਲ ਆਤਮਾ ਨੂੰ ਵੀ ਨੀਵਾਂ ਕਰਨਾ ਪੈਂਦਾ ਹੈ। ਯਾਨੀ ਕਿ ਜੇ ਆਤਮਾ ਨੂੰ ਵੀ ਨਾਲ ਨੀਵਾਂ ਕੀਤਾ ਜਾਏ ਤਾਂ ਹੀ ਸਿਰ ਨਿਵਾਉਣ ਦਾ ਫਾਇਦਾ ਹੈ। ਪਰਮਾਤਮਾ ਵਿਆਪਕ ਤੇ ਸਥਾਈ ਰਹਿਣ ਵਾਲਾ ਹੈ। ਬਿਲਕੁਲ, ਕਿਉਂਕਿ ਕਦੀ ਵੀ ਪਰਮੇਸ਼ਵਰ ਜਿਹੜਾ ਹੈ ਉਹ ਨਹੀਂ ਮਰਦਾ, ਭਾਵ ਕਿ ਪਰਮੇਸ਼ਵਰ ਹਮੇਸ਼ਾ ਵਿਦਮਾਨ ਰਹਿੰਦਾ ਹੈ ਤੇ ਇਹ ਸਰਵ ਵਿਆਪਕ ਹੈ, ਭਾਵ ਕਿ ਹਰ ਇੱਕ ਕਣ ਕਣ ਦੇ ਅੰਦਰ ਵਿਦਮਾਨ ਹੈ। ਪਰਮਾਤਮਾ ਦੀ ਉਸਤਤ ਕਰਨ ਵਾਲਾ ਤਰ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ। ਆਪਾਂ ਜਿਨ ਕੀਤੀ ਸੋ ਪਾਰ ਪਿਆ ਸ਼ਬਦ ਦੇ ਅਕੋਰਡਿੰਗ ਕੀਤੇ। ਸਿੰਮਲ ਦੇ ਰੁੱਖ ਵਾਂਗ ਤਣ ਕੇ ਖੜਨਾ ਚਾਹੀਦਾ ਹੈ। ਬਿਲਕੁਲ ਨਹੀਂ, ਕਿਉਂਕਿ ਸਿੰਮਲ ਦਾ ਰੁੱਖ ਜਿਹੜਾ ਹੈ ਉਹ ਹੰਕਾਰ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਕਰਦੇ ਨੇ ਆਤਮਕ ਸੁੱਖ ਨਾਲ ਦੁੱਖ ਖਤਮ ਹੋ ਜਾਂਦਾ ਹੈ। ਜੀ, ਜੇ ਆਤਮਾ ਨੂੰ ਸੁੱਖ ਪ੍ਰਾਪਤ ਹੋ ਜਾਏ, ਉਹ ਪਰਮੇਸ਼ਵਰ ਦਾ ਨਾਮ ਪ੍ਰਾਪਤ ਹੋ ਜਾਏ ਤੇ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਹਨ। ਹੁਣ ਇੱਥੇ ਗੱਲ ਕਰਦੇ ਹਾਂ ਡੈਸ਼ ਦਾ ਰੁੱਖ ਕੱਦ ਵਿੱਚ ਬਹੁਤ ਵੱਡਾ ਹੁੰਦਾ ਹੈ। ਤੇ ਕਿਹਦਾ ਰੁੱਖ ਹੁੰਦਾ ਹੈ? ਸਿੰਮਲ ਦਾ ਰੁੱਖ ਜਿਹੜਾ ਹੈ ਉਹ ਕੱਦ ਵਿੱਚ ਬਹੁਤ ਵੱਡਾ ਹੁੰਦਾ ਹੈ। ਇੱਥੇ 1 ਨੰਬਰ ਹੈ ਜੀ। ਨੀਵਾਂ ਹੋ ਕੇ ਰਹਿਣਾ ਚੰਗਾ ਹੈ। ਕੀ ਹੈ ਚੰਗਾ? ਗੁਣ, ਚੰਗਾ ਗੁਣ ਹੈ। ਗੁਰੂ ਨਾਨਕ ਦੇਵ ਜੀ ਨੇ ਡੈਸ਼ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਇਆ। ਭਟਕੇ ਹੋਏ ਲੋਕਾਂ ਨੂੰ, ਕਿਹਨਾਂ ਨੂੰ? ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਇਆ। ਡੈਸ਼ ਜੀ ਨੂੰ ਗੁਰਗੱਦੀ ਬਖਸ਼ਿਸ਼ ਹੋਈ। ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ਿਸ਼ ਹੋਈ। ਰੱਬ ਦਾ ਬੰਦਾ ਡੈਸ਼ ਨੂੰ ਤਰ ਜਾਂਦਾ ਹੈ। ਤਾਂ ਇਹ ਹੈ ਨੰਬਰ 5, ਭਵ ਸਾਗਰ ਨੂੰ ਤਰ ਜਾਂਦਾ ਹੈ। ਤਾਂ ਇਹਨਾਂ ਖਾਲੀ ਥਾਵਾਂ ਨੂੰ ਭਰਨਾ ਹੈ ਤੁਸੀਂ। ਇਸ ਤੋਂ ਬਾਅਦ ਜੋੜੇ ਬਣਾਉਣੇ ਨੇ। ਤਾਂ ਇਹਦੇ ਵਿੱਚ ਕੀ ਕਹਿੰਦੇ ਨੇ? ਫੁੱਲ ਫਿੱਕੇ ਤੇ ਫਲ ਕੀ ਸਨ?
ਉੱਤੇ ਇੱਕ ਵਾਰ ਦੇਖੋ ਇਹਦੇ ਕੀ ਕਹਿੰਦੇ ਹਨ। ਗੁਰੂ ਜੀ ਕਹਿੰਦੇ ਸਿਮਲ ਰੁੱਖ ਸਰਾਇਰਾ ਤਦੀਰ ਗਤ ਮੁੱਚ ਫਲ ਫਿੱਕੇ ਫੁੱਲ ਬਕਬਕੇ। ਫਲ ਕੀ ਨੇ? ਫਿੱਕੇ ਨੇ ਅਤੇ ਫੁੱਲ ਜਿਹੜੇ ਨੇ ਉਹ ਬਕਬਕੇ ਨੇ। ਤਾਂ ਹੁਣ ਇਹਨਾਂ ਦੇ ਜੋੜੇ ਬਣਾਉਣੇ ਆ ਆਪਾਂ। ਫਲ ਫਿੱਕੇ ਫੁੱਲ ਬਕਬਕੇ। ਸਿਮਲ ਦਾ ਕੀ ਹੁੰਦਾ ਹੈ ਜੀ? ਰੁੱਖ ਹੁੰਦਾ ਹੈ। ਚੰਗਿਆਈ ਕੀ ਹੈ? ਇੱਕ ਗੁਣ ਹੈ। ਇਸ ਤੋਂ ਬਾਅਦ ਵਿਰੋਧੀ ਸ਼ਬਦ ਚੰਗਾ ਮਾੜਾ, ਤਰਨਾ ਡੁੱਬਣਾ, ਲੰਮਾ ਛੋਟਾ, ਵਸਣਾ ਉੱਜੜਨਾ। ਸਮਾਨਾਰਥਕ ਦੱਸਣਾ ਗੌਰਾ ਭਾਰਾ, ਕੁਸੁੱਦੇ ਬੁਰੇ ਯਾਨੀ ਕਿ ਖੋਟੇ, ਤੱਤ ਗੁਣ ਜਾਂ ਸਾਰ, ਦੀਰਘ ਵੱਡਾ ਯਾਨੀ ਕਿ ਵੱਡ ਆਕਾਰੀ। ਵਾਕ ਬਣਾਉਣੇ ਨੇ ਮਿਠਾਸ ਯਾਨੀ ਕਿ ਮਿੱਠਾ, ਗੰਨੇ ਦੇ ਅੰਦਰ ਮਿਠਾਸ ਹੁੰਦੀ ਹੈ। ਸੀਸ ਭਾਵ ਕਿ ਸਿਰ, ਤਗ ਸੀਸ ਨਿਵਾਈਏ ਕਿਆ ਥੀ ਹੈ, ਜਾਰਿਦੇ ਕੁਸਦੇ ਜਾਏ। ਲੰਮਾ ਭਾਵ ਕਿ ਲੰਬਾ, ਤਾਂ ਇੱਥੇ ਸਿਮਲ ਦਾ ਰੁੱਖ ਬਹੁਤ ਲੰਮਾ ਹੁੰਦਾ ਹੈ। ਸਾਰ ਯਾਨੀ ਕਿ ਤੱਤ, ਤਾਂ ਇਹਦਾ ਅਰਥ ਤੁਸੀਂ ਦੇ ਸਕਦੇ ਹੋ ਕਿ ਇਸ ਪਾਠ ਦਾ ਜਾਂ ਇਹਨਾਂ ਗੁਰਬਾਣੀ ਦੀਆਂ ਤੁਕਾਂ ਦਾ ਸਾਰ ਲਿਖੋ। ਤਾਂ ਇਹ ਸੀ ਤੁਹਾਡੀ ਕਵਿਤਾ ਗੁਰੂ ਨਾਨਕ ਦੇਵ ਜੀ ਦੇ ਬਾਣੀ ਦੁੱਖ ਦਾਰੂ ਸੁਖ ਰੋਗ ਪਿਆ ਅਤੇ ਸਿਮਲ ਰੁੱਖ ਸਰਾਇਰਾ, ਜਿਹਦੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਕੀਤੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆ ਗਏ ਹੋਣਗੇ ਅਤੇ ਤੁਸੀਂ ਇਹਨਾਂ ਨੂੰ ਆਪਣੀ ਕਾਪੀ ਵਿੱਚ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਕਰ ਲਵੋਗੇ। ਧੰਨਵਾਦ।